ਠੀਕ ਨੂੰ ਮੱਥੇ ਮੱਥੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਿਸ ਸਥਾਨ ਦੇ ਆਪ ਜੀ ਦਰਸ਼ਨ ਕਰ ਰਹੇ ਹੋ, ਇਸ ਸਥਾਨ ਦਾ ਨਾਮ ਹੈ ਤਖਤ ਕੇਸਗੜ੍ਹ ਸਾਹਿਬ। ਇਸ ਪਾਵਨ ਪਵਿੱਤਰ ਧਰਤੀ ਨੂੰ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੇ ਰਾਜੇ ਦੀਪ ਚੰਦ ਦੀ ਰਾਣੀ ਚੰਪਾ ਕੋਲੋਂ ਖਰੀਦ ਕਰਕੇ ਵਸਾਇਆ। ਇਸ ਦਾ ਨਾਮ ਚੱਕ ਮਾਤਾ ਨਾਨਕੀ ਰੱਖਿਆ, ਆਪਣੀ ਮਾਤਾ ਜੀ ਦੇ ਨਾਮ ਤੇ। ਅਤੇ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜਦੋਂ ਸ੍ਰੀ ਅਨੰਦਪੁਰ ਸਾਹਿਬ ਆਏ ਸਨ, ਇਸ ਧਰਤੀ ਦਾ ਨਾਮ ਸ੍ਰੀ ਅਨੰਦਪੁਰ ਸਾਹਿਬ ਰੱਖਿਆ, ਆਨੰਦਾਂ ਦੀ ਪੁਰੀ। ਇਸੇ ਸਥਾਨ ਤੇ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਨੇ 30 ਮਾਰਚ 1699 ਦੀ ਵਿਸਾਖੀ ਨੂੰ ਖਾਲਸਾ ਪੰਥ ਦੀ ਸਿਰਜਣਾ ਕੀਤੀ। ਅੰਮ੍ਰਿਤ ਵੇਲੇ ਆਸਾ ਜੀ ਦੀ ਵਾਰ ਦਾ ਕੀਰਤਨ ਹੋਇਆ। ਆਸਾ ਜੀ ਦੀ ਵਾਰ ਦੇ ਕੀਰਤਨ ਤੇ ਭੋਗ ਤੋਂ ਬਾਅਦ ਸਤਿਗੁਰਾਂ ਨੇ 80,000 ਦੇ ਇਕੱਠ ਨੂੰ ਸੰਬੋਧਨ ਕਰਦਿਆਂ ਹੋਏ ਵਚਨ ਕੀਤੇ ਕਿ ਜੋ ਤੋ ਪ੍ਰੇਮ ਸਿਰਨ ਕਾ ਚਾਓ, ਸਿਰ ਧਰ ਗਲੀ ਗਲੀ ਮੇਰੀ ਆਓ। ਇਤ ਮਾਰਗ ਪੈਰ ਧਰੀਜੈ, ਸਿਰ ਦੀਜੈ ਕਾਣ ਨ ਕੀਜੈ, ਬਹਿਨਾ ਮਰਨ ਧੂਲ। जीवन की सड आस हो, सबना की रेणुका तो आओ हमारे पास। सतगुरां नूं वारी वारी पंजां प्यारियां ने अपने सिर भेटा कीते। सतगुरां ने उन्हां नूं सुजीत कीता, नवें वस्त्र पहनाए। सरबलों दा वाटा सजा करके सतलुज दा जल पवाया। ਅਤੇ ਮਾਤਾ ਜੀਤ ਕੌਰ ਜੀ ਨੇ ਬਤਾਸੇ ਪਾਏ ਸਨ। ਸਤਿਗੁਰਾਂ ਨੇ ਵੀਰ ਰਸ ਬੈਠ ਕਰਕੇ ਹੱਥ ਦੇ ਸਰਬਲੋ ਦਾ ਕੰਡਾ ਲੈ ਕਰਕੇ ਜਪਜੀ ਸਾਹਿਬ, ਜਾਪ ਸਾਹਿਬ, ਸੁਦਾ ਸਵੀਰ ਸਾਹਿਬ, ਚੌਪਈ ਸਾਹਿਬ, ਆਨੰਦ ਸਾਹਿਬ ਸੰਪੂਰਨ 5 ਬਾਣੀਆਂ ਦਾ ਜਾਪ ਕਰਕੇ ਸਤਿਗੁਰਾਂ ਨੇ ਖੰਡੇ ਬਾਟੇ ਦਾ ਅੰਮ੍ਰਿਤ ਤਿਆਰ ਕਰਕੇ 5 ਸਿੱਖਾਂ ਨੂੰ ਅੰਮ੍ਰਿਤ ਛਕਾਇਆ। ਉਹਨਾਂ ਦੇ ਨਾਮਾਂ ਦੇ ਨਾਲ ਸਿੰਘ ਪਦ ਲਾਇਆ। ਭਾਈ ਦਇਆ ਸਿੰਘ ਜੀ, ਭਾਈ ਧਰਮ ਸਿੰਘ ਜੀ, ਭਾਈ ਹਿੰਮਤ ਸਿੰਘ ਜੀ, ਭਾਈ ਮੁਹਕਮ ਸਿੰਘ ਜੀ, ਭਾਈ ਸਾਹਿਬ ਸਿੰਘ ਜੀ। ਸਤਿਗੁਰਾਂ ਦਾ ਨਾਮ ਵੀ ਪਹਿਲੇ ਗੋਬਿੰਦ ਰਾਏ ਕਰਕੇ ਆਇਆ ਕਰਦਾ ਸੀ। ਜਦੋਂ ਸਤਿਗੁਰਾਂ ਨੇ ਖੰਡੇ ਦੀ ਬਹੁ ਸਕੀ 5 ਪਿਆਰਿਆਂ ਤੋਂ ਅੰਮ੍ਰਿਤ ਛਕਿਆ, ਇਸ ਨਾਮ ਦੇ ਨਾਲ ਪ੍ਰਗਟ ਹੋਏ। ਬਹਿ ਪ੍ਰਗਟਿਓ ਮਰਦ ਅਗੰਮੜਾ ਬਰਿਆਮ ਅਕੇਲਾ, ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰਚੇਲਾ। ਜਿਸ ਖੰਡੇ ਦੇ ਨਾਲ ਸਤਿਗੁਰਾਂ ਨੇ ਸਭ ਤੋਂ ਪਹਿਲੀ ਵਾਰੀ ਇਸ ਸਥਾਨ ਤੇ ਅੰਮ੍ਰਿਤ ਤਿਆਰ ਕੀਤਾ, ਉਹ ਖੰਡਾ ਤੇ ਹੋਰ ਸਤਿਗੁਰਾਂ ਦੇ ਸ਼ਸਤਰ ਹਨ। ਆਓ ਦਰਸ਼ਨ ਕਰਕੇ ਵਿੜਪਾ ਕੇ ਬਣੀ ਜੀ। ਜੋ ਭਾਈ ਸਾਹਿਬ ਦੇ ਸੱਜੇ ਹੱਥ ਵਿੱਚ ਦੋ ਤਾਰਾ ਖੰਡਾ ਹੈ, ਇਸ ਖੰਡੇ ਦੇ ਨਾਲ ਸਤਿਗੁਰਾਂ ਨੇ 30 ਮਾਰਚ 1699 ਦੀ ਵਿਸਾਖੀ ਨੂੰ ਅੰਮ੍ਰਿਤ ਤਿਆਰ ਕਰਕੇ 5 ਪਿਆਰਿਆਂ ਨੂੰ ਅੰਮ੍ਰਿਤ ਛਕਾਇਆ। ਖਾਲਸਾ ਪੰਥ ਦੀ ਸਿਰਜਣਾ ਕੀਤੀ ਅਤੇ ਸਤਿਗੁਰਾਂ ਨੇ ਆਪ ਹੀ ਅੰਮ੍ਰਿਤ ਛਕਿਆ। ਦੂਸਰੇ ਸ਼ਸਤਰ ਦਾ ਨਾਮ ਹੈ ਕਟਾਰ। ਇਸ ਨੂੰ ਸਤਿਗੁਰੂ ਜੀ ਆਪਣੇ ਕੰਧ ਕੱਸੇ ਵਿੱਚ ਰੱਖਿਆ ਕਰਦੇ ਸਨ। ਇਸ ਦਾ ਵਜ਼ਨ ਹੈ ਜੋ 2.5 ਸੇਰ ਪੱਕਾ ਹੈ। ਦੋਨੇ ਸ਼ਸਤਰ ਤਖਤ ਸਾਹਿਬ ਦੀ ਸ਼ੋਭਾ ਪਾ ਰਹੇ ਹਨ, ਜਿਨ੍ਹਾਂ ਦੇ ਆਪ ਜੀ ਦਰਸ਼ਨ ਕੀਤੇ ਹਨ ਜੀ। ਸਤਿ ਸ੍ਰੀ ਅਕਾਲ। ਇਸ ਸ਼ਸਤਰ ਦਾ ਨਾਮ ਹੈ ਨਵੀਂ ਵਰਸ਼ਾ। ਜਦੋਂ ਪਹਾੜੀ ਰਾਜਿਆਂ ਨੇ ਸ੍ਰੀ ਅਨੰਦਪੁਰ ਸਾਹਿਬ ਜੀ ਤੇ ਕਈ ਹਮਲੇ ਕੀਤੇ ਸਨ ਅਤੇ ਉਹਨਾਂ ਨੇ ਕਿਲ੍ਹਾ ਲੋਹਗੜ੍ਹ ਸਾਹਿਬ ਵਿਖੇ ਇੱਕ ਹਾਥੀ ਤਿਆਰ ਕਰਕੇ ਮੱਥੇ ਤੇ ਤਵੀਆਂ ਬੰਨ੍ਹ ਕਰਕੇ ਭੇਜਿਆ, ਤਾਂ ਸਤਿਗੁਰਾਂ ਪਾਸ ਭਾਈ ਬਚਿੱਤਰ ਸਿੰਘ ਜੀ ਨੇ ਬੇਨਤੀ ਕੀਤੀ, ਸਤਿਗੁਰੂ ਜੀਓ ਕਿ ਜੋ ਪਹਾੜੀ ਰਾਜਿਆਂ ਦਾ ਹਾਥੀ ਆ ਰਿਹਾ ਹੈ, ਉਸ ਦਾ ਮੁਕਾਬਲਾ ਕਰਨ ਲਈ ਦਾਸ ਤੇ ਕਿਰਪਾ ਕਰੋ। ਸਤਿਗੁਰਾਂ ਨੇ ਵਰਸ਼ਾ ਭਾਈ ਬਚਿੱਤਰ ਸਿੰਘ ਜੀ ਨੂੰ ਬਖਸ਼ਿਸ਼ ਕੀਤਾ ਅਤੇ ਪਹਾੜੀ ਰਾਜੇ ਨੇ ਹਾਥੀ ਜਦੋਂ ਆਪਣਾ ਲੋਹਗੜ੍ਹ ਸਾਹਿਬ ਵਿਖੇ ਭੇਜਿਆ, ਦਰਵਾਜ਼ਾ ਤੋੜਨ ਦੀ ਕੋਸ਼ਿਸ਼ ਕੀਤੀ। ਭਾਈ ਬਚਿੱਤਰ ਸਿੰਘ ਜੀ ਨੇ ਘੋੜੇ ਤੇ ਸਵਾਰ ਹੋ ਕਰਕੇ ਇਸ ਨਾਗਰੀ ਵਰਸੇ ਦਾ ਐਸਾ ਵਾਰ ਕੀਤਾ ਸੀ ਕਿ ਜੋ ਹਾਥੀ ਦੇ ਮੱਥੇ ਤੇ ਫੌਲਾਦ ਦੀਆਂ ਤਵੀਆਂ ਬੰਨੀਆਂ ਸਨ, ਉਹਨਾਂ ਨੂੰ ਵੀ ਇਹ ਵਰਸ਼ਾ ਪਾਰ ਕਰ ਗਿਆ ਸੀ। ਪਹਾੜੀ ਰਾਜਿਆਂ ਦੀ ਹਾਰ ਹੋਈ ਸੀ ਅਤੇ ਭਾਈ ਬਚਿੱਤਰ ਸਿੰਘ ਜੀ ਨੂੰ ਜਿੱਤ ਪ੍ਰਾਪਤ ਹੋਈ ਸੀ। ਭਾਈ ਬਚਿੱਤਰ ਸਿੰਘ ਜੀ ਜਿੱਤੀ ਨਿਸ਼ਾਨੀ, ਜਿਸ ਦਾ ਨਾਮ ਹੈ ਨਾਲੀ ਵਰਸ਼ਾ, ਜਿਸ ਦੇ ਆਪ ਜੀ ਨੇ ਦਰਸ਼ਨ ਕੀਤੇ ਹਨ ਜੀ।
ਸ਼ਸਤਰ ਦਾ ਨਾਮ ਹੈ ਕਿਰਪਾ ਵਰਸ਼ਾ। ਜਦੋਂ ਸਤਿਗੁਰਾਂ ਦੇ ਆਨੰਦ ਕਾਰਜ ਮਾਤਾ ਅਜੀਤ ਕੌਰ ਜੀ ਨਾਲ ਗੁਰੂ ਕੇ ਲਾਹੌਰ ਹੋਣੇ ਸਨ, ਉੱਥੇ ਸੰਗਤਾਂ ਦਾ ਇਕੱਠ ਬਹੁਤ ਸੀ, ਜਲ ਦੀ ਘਾਟ ਸੀ ਅਤੇ ਸੰਗਤਾਂ ਨੇ ਬੇਨਤੀ ਕੀਤੀ, ਸਤਿਗੁਰਾਂ ਪਾਸ ਤੇ ਕਿਰਪਾ ਕਰੋ। ਸਤਿਗੁਰਾਂ ਨੇ ਵਰਸ਼ਾ 3 ਵਾਰ ਦੀ ਧਰਤੀ ਵਿੱਚ ਮਾਰਿਆ ਤੇ ਬੁੱਢਿਆ, 3 ਜਲ ਦੀਆਂ ਧਾਰਾਂ ਪ੍ਰਗਟ ਕੀਤੀਆਂ, ਨਾਮ ਰੱਖਿਆ ਕਲਵੈਣੀ ਸਾਹਿਬ। ਹੁਣ ਵੀ ਜਦੋਂ ਸਤਿਗੁਰਾਂ ਦਾ ਵਿਆਹ ਤੋਂ ਹੁੰਦਾ ਹੈ, ਬਸੰਤ ਪੰਚਮੀ ਨੂੰ ਭਾਰੀ ਜੋੜ ਮੇਲਾ ਲੱਗਦਾ ਹੈ। ਸੰਗਤਾਂ ਦੇਸਾਂ ਵਿਦੇਸਾਂ ਤੋਂ ਆ ਕਰਕੇ ਸਤਿਗੁਰਾਂ ਦੀਆਂ ਖੁਸ਼ੀਆਂ ਪ੍ਰਾਪਤ ਕਰਦੀਆਂ ਹਨ, ਜੋ ਕਿ ਇੱਥੋਂ 11 ਕਿਲੋਮੀਟਰ ਦੂਰੀ ਤੇ ਹੈ। ਹੁਣ ਵੀ ਉਸ ਤਰ੍ਹਾਂ ਹੀ ਗੱਲ ਹੈ ਜਿਹੜਾ ਚੱਲ ਰਿਹਾ ਹੈ। ਜਿਨ੍ਹਾਂ ਸੰਗਤਾਂ ਦਰਸ਼ਨ ਕਰਨੇ ਭਵਨ ਦਰਸ਼ਨ ਕਰ ਸਕਦੇ ਹਨ। ਦੂਸਰੀ ਸਾਖੀ ਹੈ ਕਿ ਪਹਾੜੀ ਰਾਜਿਆਂ ਦਾ ਹਾਥੀ ਜਦੋਂ ਭਾਈ ਚਿੱਤਰ ਸਿੰਘ ਜੀ ਨੇ ਮਾਰ ਭਜਾਇਆ, ਪਹਾੜੀ ਰਾਜਿਆਂ ਨੂੰ ਬੜੀ ਖਿੱਚ ਚੜ੍ਹੀ ਕਿ ਸਾਡੀ ਸਕੀਮ ਸੀ ਜੋ ਸਿੰਘਾਂ ਨੇ ਫੇਲ ਕਰ ਦਿੱਤੀ ਹੈ। ਤਾਂ ਪਹਾੜੀ ਰਾਜਿਆਂ ਨੂੰ ਖੜ ਕਰਕੇ ਰਾਜੇ ਕੇਸਰੀ ਚੰਦ ਨੇ ਕਸਮ ਖਾਧੀ ਸੀ ਕਿ ਮੈਂ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਨੂੰ ਫੜ ਕਰਕੇ ਲੈ ਕੇ ਆਵਾਂਗਾ ਜਾਂ ਉਹਨਾਂ ਦਾ ਸੀਸ ਲੈ ਕਰਕੇ ਆਵਾਂਗਾ, ਨਹੀਂ ਇੱਥੇ ਵਾਪਸ ਨਹੀਂ ਆਵਾਂਗਾ, ਤੁਹਾਨੂੰ ਆਪਣੀ ਸਕਲ ਹੀ ਦਿਖਾਵਾਂਗਾ। ਉਸ ਨੇ ਕਸਮ ਖਾਧੀ ਸੀ। ਸੋ ਸਤਿਗੁਰਾਂ ਪਾਸ ਭਾਈ ਉਦੈ ਸਿੰਘ ਜੀ ਨੇ ਬੇਨਤੀ ਕੀਤੀ, ਸਤਿਗੁਰੂ ਜੀਓ, ਜਿਹੜਾ ਦੁਸ਼ਟ ਰਾਜਾ ਆਪ ਦੇ ਸੀਸ ਦੀਆਂ ਗੱਲਾਂ ਕਰਦਾ ਹੈ, ਉਸ ਨੂੰ ਸੋਧਾ ਲਾਉਣ ਦੀ ਸੇਵਾ ਦਾਸ ਨੂੰ ਬਖਸ਼ੋ। ਸਤਿਗੁਰਾਂ ਨੇ ਵਰਸ਼ਾ ਭਾਈ ਉਦੈ ਸਿੰਘ ਨੂੰ ਬਖਸ਼ਿਸ਼ ਕੀਤਾ ਅਤੇ ਮੈਦਾਨੇ ਜੰਗ ਵਿੱਚ ਭੇਜਿਆ। ਬਹੁਤ ਹੀ ਭਾਰੀ ਦੋਨਾਂ ਵਿੱਚ ਜੰਗ ਹੋਇਆ। ਪਹਿਲੇ 3 ਵਾਰ ਭਾਈ ਉਦੈ ਸਿੰਘ ਜੀ ਦੇ ਰਾਜੇ ਕੇਸਰੀ ਚੰਦ ਨੇ ਕੀਤੇ। ਤਿੰਨੇ ਹੀ ਵਾਰ ਉਹਨੇ ਆਪਣੀ ਢਾਲ ਉੱਤੇ ਰੋਕੇ। ਅਖੀਰ ਵਿੱਚ ਆਪਣੇ ਤੇਗੇ ਦੇ ਨਾਲ ਐਸਾ ਵਾਰ ਕਰਕੇ ਉਸ ਦੁਸ਼ਟ ਰਾਜੇ ਦਾ ਸਿਰ ਵੱਢ ਕਰਕੇ ਧਰਤੀ ਤੇ ਸੁੱਟਿਆ। ਇਸ ਵਰਸੇ ਦੇ ਲੋਕ ਤੇ ਤੰਗ ਕਰਕੇ ਲਿਜਾ ਕਰਕੇ ਸਤਿਗੁਰਾਂ ਦੇ ਚਰਨਾਂ 'ਚ ਰੱਖਿਆ ਤੇ ਬੇਨਤੀ ਕੀਤੀ, ਸਤਿਗੁਰੂ ਜੀਓ, ਜਿਹੜਾ ਦੁਸ਼ਟ ਰਾਜਾ ਆਪ ਦੇ ਸੀਸ ਦੀਆਂ ਗੱਲਾਂ ਕਰਦਾ ਸੀ, ਉਸ ਦਾ ਸਿਰ ਵੱਢਿਆ ਹੋਇਆ ਆਪ ਦੀ ਕਿਰਪਾ ਸਦਕਾ ਆਪ ਦੇ ਚਰਨਾਂ ਵਿੱਚ ਰੁੜ ਰਿਹਾ ਹੈ। ਭਾਈ ਉਦੈ ਸਿੰਘ ਜੀ ਦੀ ਨਿਸ਼ਾਨੀ ਜਿਸ ਦੇ ਆਪ ਜੀ ਦਰਸ਼ਨ ਕੀਤੇ ਹਨ, ਜਿਸ ਦਾ ਨਾਮ ਹੈ ਕਿਰਪਾ ਵਰਸ਼ਾ। ਸਤਿ ਸ੍ਰੀ ਅਕਾਲ। ਇਸ ਸ਼ਸਤਰ ਦਾ ਨਾਮ ਹੈ ਤੋੜੇਦਾਰ ਬੰਦੂਕ। ਇਸ ਤੋਂ ਸਿੱਧ ਹੁੰਦਾ ਹੈ ਕਿ ਲਾਹੌਰ ਦੇ ਕਿਸੇ ਕਾਰਖਾਨੇ ਦੀ ਬਣੀ ਹੈ। ਇੱਥੇ ਲਿਖਿਆ ਹੈ ਕਾਰਖਾਨਾ ਲਾਹੌਰ। ਕਿਸੇ ਪ੍ਰੇਮੀ ਨੇ ਸਤਿਗੁਰਾਂ ਨੂੰ ਬੰਦੂਕ ਭੇਟਾ ਕੀਤਾ ਸੀ। ਸਤਿਗੁਰਾਂ ਨੇ ਉਸ ਦੀ ਭੇਟਾ ਨੂੰ ਪ੍ਰਵਾਨ ਕੀਤਾ। ਕਈ ਜੰਗਾਂ ਵਿੱਚ ਪਰਖਿਆ ਤੋੜੇਦਾਰ ਬੰਦੂਕ, ਜਿਸ ਦੇ ਆਪ ਜੀ ਨੇ ਦਰਸ਼ਨ ਕੀਤੇ ਹਨ। ਹੁਣ ਤੱਕ ਸਾਹਿਬ ਦੀ ਸੌਭਾਗਾਰੀ ਹੈ ਜੀ। ਇਸ ਸ਼ਸਤਰ ਦਾ ਨਾਮ ਹੈ ਸਾਹਿਬ। ਜਦੋਂ ਔਰੰਗਜ਼ੇਬ ਨੇ ਹਿੰਦੂਆਂ ਦੇ ਜ਼ੁਲਮ ਕੀਤੇ ਸਨ, ਇਸਲਾਮ ਕਬੂਲ ਕਰਵਾਇਆ ਸੀ, ਧੱਕੇ ਦੇ ਨਾਲ ਹੀ ਮੁਸਲਮਾਨ ਬਣਾਏ ਸਨ। ਉਸ ਤੋਂ ਬਾਅਦ ਅੱਜ ਕੱਲ੍ਹ ਮੱਕੇ ਵਿਖੇ ਪਹੁੰਚਿਆ। ਮੱਕੇ ਦੇ ਪ੍ਰਬੰਧਕਾਂ ਨੇ ਸ਼ਾਸਤਰ ਲਿਖਿਆ ਨੇ ਔਰੰਗਜ਼ੇਬ ਨੂੰ ਸਰੋਪੇ ਨੂੰ ਭੇਟਾ ਕੀਤਾ ਸੀ ਕਿ ਉਸ ਨੇ ਇਸਲਾਮ ਧਰਮ ਵਿੱਚ ਵਾਧਾ ਕੀਤਾ ਹੈ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਨੇ ਜੋ ਜ਼ਫ਼ਰਨਾਮਾ ਲਿਖਿਆ ਸੀ, ਜਦੋਂ ਔਰੰਗਜ਼ੇਬ ਤੱਕ ਪਹੁੰਚਿਆ, ਪੜ੍ਹਨ ਕਰਕੇ ਉਸ ਦੀ ਮੌਤ ਹੋਈ। ਉਹਦੀ ਮੌਤ ਤੋਂ ਬਾਅਦ ਉਹਦੇ ਪੁੱਤਰਾਂ ਵਿੱਚ ਰਾਜ ਪਿੱਛੇ ਝਗੜਾ ਹੋਇਆ। ਵੱਡਾ ਸੀ ਤਾਰਾ ਆਜਮ, ਉਸ ਨੇ ਧੱਕੇ ਨਾਲ ਹੀ ਰਾਜ ਭਾਗ ਪ੍ਰਾਪਤ ਕੀਤਾ ਸੀ। ਛੋਟਾ ਸੀ ਮਹਜਮ, ਉਸ ਨੇ ਭਾਈ ਨੰਦ ਲਾਲ ਜੀ ਨੂੰ ਮਿਲ ਕਰਕੇ ਸਤਿਗੁਰਾਂ ਦੇ ਚਰਨਾਂ ਵਿੱਚ ਬੇਨਤੀ ਕੀਤੀ, ਸਤਿਗੁਰੂ ਜੀਓ, ਤੁਮ ਹੋ ਸਭ ਰਾਜਨ ਕੇ ਰਾਜਾ, ਆਪੇ ਆਪ ਗਰੀਬ ਨਿਵਾਜਾ, ਦਾਸ ਨੂੰ ਕਿਰਪਾ ਕਰਕੇ ਰਾਜ ਬਖਸ਼ ਕਰੋ, ਮਦਦ ਕਰੋ। ਸਤਿਗੁਰਾਂ ਨੇ ਉਸ ਦੀ ਬੇਨਤੀ ਨੂੰ ਪ੍ਰਵਾਨ ਕੀਤਾ। ਭਾਈ ਧਰਮ ਸਿੰਘ ਜੀ ਦੀ ਕਮਾਂਡ ਹੇਠ 500 ਸਿੰਘਾਂ ਦੇ ਭਾਅ ਭੇਜਿਆ। ਤਾਰਾ ਆਜਮ ਦੇ ਨਾਲ ਜੰਗ ਹੋਇਆ ਅਤੇ ਤਾਰਾ ਆਜਮ ਜੰਗ ਵਿੱਚ ਮਾਰਿਆ ਗਿਆ ਅਤੇ ਮਹਜਮ ਨੂੰ ਸਤਿਗੁਰਾਂ ਨੇ ਰਾਜ ਭਾਗ ਦਿਵਾਇਆ। ਉਸ ਨੇ ਆਪਣਾ ਨਾਮ ਬਦਲ ਕਰਕੇ ਬਹਾਦਰ ਸ਼ਾਹ ਰੱਖਿਆ। ਤਾਜਪੋਸ਼ੀ ਸਮਾਗਮ ਹੋਇਆ, ਜਿਹਦੇ ਵਿੱਚ ਉਸਨੇ ਸਤਿਗੁਰਾਂ ਦਾ ਬਹੁਤ ਭਾਰੀ ਸਵਾਗਤ ਕੀਤਾ। ਹੀਰੇ ਜਵਾਹਰਾਤ ਦੇ ਕਰਕੇ ਇਹ ਸ਼ਸਤਰ ਵੀ ਭੇਟਾ ਕੀਤਾ ਤੇ ਬੇਨਤੀ ਕੀਤੀ, ਸਤਿਗੁਰੂ ਜੀਓ, ਇਹ ਸਾਡੇ ਪੈਗੰਬਰਾਂ ਦਾ ਸ਼ਸਤਰ ਹੈ, ਤੁਸੀਂ ਮੈਨੂੰ ਰਾਜ ਭਾਗ ਬਖਸ਼ਿਸ਼ ਕੀਤਾ ਹੈ। ਇਹ ਸ਼ਸਤਰ ਮੈਂ ਆਪ ਨੂੰ ਭੇਟਾ ਕਰਦਾ ਹਾਂ। ਉਸ ਸਮੇਂ ਦੇ ਸ਼ਸਤਰ ਕਕਸ਼ ਦਾ ਸੋਭਾ ਪਾ ਰਿਹਾ ਹੈ।
ਇਸ ਦਾ ਨਾਮ ਹੈ ਸਾਹਿਬ, ਜੋ ਕਿ ਬਹਾਦਰ ਸ਼ਾਹ ਨੇ ਸਤਿਗੁਰਾਂ ਨੂੰ ਭੇਟਾ ਕੀਤਾ ਸੀ। ਬੋਲੇ ਸਤਿ ਸ੍ਰੀ ਅਕਾਲ। ਜੋ ਹੁਣ ਸ਼ਸਤਰਾਂ ਦੇ ਆਪ ਜੀ ਦਰਸ਼ਨ ਕਰੋਗੇ, ਇਹ ਸ਼ਸਤਰ ਮਹਾਰਾਜਾ ਰਣਜੀਤ ਸਿੰਘ ਜੀ ਨੇ ਸਿੱਖਾਂ ਸਰਦਾਰਾਂ ਤੋਂ ਪ੍ਰਾਪਤ ਕਰਕੇ ਆਪਣੇ ਦੋਸੇ ਖਾਨੇ ਲਾਹੌਰ ਸੰਭਾਲ ਕਰਕੇ ਰੱਖੇ ਸਨ। ਉਹਨਾਂ ਦੇ ਰਾਜ ਤੋਂ ਬਾਅਦ ਇੱਥੇ ਅੰਗਰੇਜ਼ ਰਾਜ ਹੋਇਆ। ਅੰਗਰੇਜ਼ ਜਾਣ ਲੱਗੇ ਇਹਨਾਂ ਸ਼ਸਤਰਾਂ ਨੂੰ ਆਪਣੇ ਵਤਨ ਇੰਗਲੈਂਡ ਲੈ ਗਏ ਸਨ। 1965 ਵਿੱਚ ਇਹਨਾਂ ਦੀ ਖੋਜ ਹੋਈ। 1966 ਨੂੰ ਭਾਰਤ ਆਏ ਸਨ। ਜਦੋਂ ਭਾਰਤ ਆਏ ਸਨ, ਉਸ ਸਮੇਂ ਦੇ ਰਾਸ਼ਟਰਪਤੀ ਜ਼ਾਕਿਰ ਹੁਸੈਨ ਲਾਲ ਬਹਾਦਰ ਸ਼ਾਸਤਰੀ ਪ੍ਰਧਾਨ ਮੰਤਰੀ ਸਨ। ਉਹਨਾਂ ਨੇ ਇਹਨਾਂ ਸ਼ਸਤਰਾਂ ਦਾ ਬਹੁਤ ਭਾਰੀ ਸਵਾਗਤ ਕੀਤਾ ਸੀ ਦਿੱਲੀ ਏਅਰਪੋਰਟ ਤੇ, ਅਤੇ ਸਾਰੇ ਹੀ ਭਾਰਤ ਵਿੱਚ ਇਹਨਾਂ ਸ਼ਸਤਰਾਂ ਦੇ ਦਰਸ਼ਨ ਕਰਵਾਏ ਗਏ ਸਨ। 1966 ਅੰਦਰ ਉਸ ਤੋਂ ਬਾਅਦ ਇਹ ਸ਼ਸਤਰ ਦੇ ਸਪੁਰਦ ਕੀਤੇ ਗਏ ਸਨ। ਉਹਨਾਂ ਸ਼ਸਤਰਾਂ ਵਿੱਚੋਂ ਭਾਈ ਸਾਹਿਬ ਦੇ ਸੱਜੇ ਹੱਥ ਦੇ ਸ਼ਸਤਰ ਹੈ, ਜੋ ਇਸ ਦਾ ਨਾਮ ਹੈ ਸ਼ਮਸ਼ੀਰੇ ਤੇਗ, ਜੋ ਦੁਸ਼ਮਣ ਜਾੜੀਦਾਰ ਵਰਦੀਆਂ ਪਹਿਨ ਕਰਕੇ ਰੱਖਿਆ ਕਰਦੇ ਸਨ। ਉਹਨਾਂ ਨੂੰ ਕੱਟਣ ਲਈ ਸਤਿਗੁਰੂ ਜੀ ਇਸ ਦੀ ਵਰਤੋਂ ਕਰਿਆ ਕਰਦੇ ਸਨ। दूसरा शस्त्र है दाहे ऐनी, जो दुश्मन लोहे के टोप पहन करके रखा करते सन। उन्हां नूं कटण लई सतगुरू जी इसदी वरतों करया करदे सन। शमशीरे तेग दाहे ऐनी, जिन्हां दे आप जी दर्शन कीते हन, जो कि इंग्लैंड तो वापस जांदे गए हन जी। जो भाई साहब दे सजे हाथ दे सुनहरी चक्र है, इससे वाई पौड़ियां 26 साल दोने पर सुपर करके किसी गुरसिख प्रेमी ने सतगुरां नूं भेटा कीता सी। सतगुरां ने उसदी भेटा नूं प्रवान कीता ਅਤੇ ਇਸ ਨੂੰ ਆਪਣੀ ਦਸਤਾਰ ਤੇ ਸਜਾਇਆ। दूसरा शस्त्र है ढाल, जो कि गहने के खल की बनी है। उस समय का कोई भी शास्त्र इससे आर पार नहीं से हुंदा। दोने शस्त्र तक शोभा पा रहे हैं। इन्हां दे आप जी ने दर्शन कीते हैं जी। जो भाई साहब के सजे हाथ में बड़ा कड़ा है, मजे में काफी भारी है। इसको सतगुरु जी हाथी से सवार करके चलाया करते सन। जो छोटा शस्त्र है जो वर्षी, इसको सतगुरु जी घोड़े से सवार होकर के या हाथों छड़ करके शस्त्र ਅਤੇ अस्त्र का काम भी इसको लिया करते सन। दोने शस्त्र तख्त साहब की शोभा पा रहे हैं, जिन्हां नूं सतगुਰਾਂ ने जंगां ਵਿੱਚ ਪਰਖਿਆ ਹੈ ਅਤੇ ਆਪ ਜੀ ਦਰਸ਼ਨ ਕੀਤੇ ਹਨ। ਹੁਣ ਤਖਤ ਸਾਹਿਬ ਦੀ ਸ਼ੋਭਾ ਪਾ ਰਹੇ ਹਨ ਵਰਸ਼ਾ ਅਤੇ ਵਰਸੀ। ਬੋਲੇ ਸੋ ਨਿਹਾਲ। ਸਤਿ ਸ੍ਰੀ ਅਕਾਲ। ਦਲ ਭੰਜਨ ਸੂਰਮਾ ਬੜ ਜੋਧਾ ਬਹੁ ਪਰਉਪਕਾਰੀ, ਜੋ ਭਾਈ ਸਾਹਿਬ ਜੀ ਦੇ ਸੱਜੇ ਹੱਥ ਵਿੱਚ ਤੇਗਾ ਹੈ, ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਤੇਗਾ ਹੈ। ਇਸ ਦੀ ਲੰਬਾਈ ਹੈ ਜੋ 46 ਇੰਚ ਹੈ। ਇਸ ਤੇਗੇ ਦੇ ਨਾਲ ਸਤਿਗੁਰਾਂ ਨੇ 4 ਜੰਗ ਲੜੇ ਹਨ, ਚਾਰਾਂ ਵਿੱਚ ਹੀ ਜਿੱਤ ਪ੍ਰਾਪਤ ਕੀਤੀ ਹੈ। ਦੂਸਰਾ ਸ਼ਸਤਰ ਹੈ ਭਾਲਾ। ਇਸ ਨੂੰ ਵੀ ਸਤਿਗੁਰੂ ਜੀ ਜਦੋਂ ਭੋਰਾ ਸਾਹਿਬ ਜਾਂ ਸੀਸਗੰਜ ਸਾਹਿਬ ਆਇਆ ਕਰਦੇ ਸਨ, ਆਪਣੇ ਪਾਸ ਰੱਖਿਆ ਕਰਦੇ ਸਨ। ਜੋ ਦੁਸ਼ਮਣ ਲੁਕ ਕਰਕੇ ਬਾਹਰ ਕਰਨ ਦੀ ਕੋਸ਼ਿਸ਼ ਕਰਦੇ ਸਨ, ਉਹਨਾਂ ਨੂੰ ਇਹਦੇ ਨਾਲ ਸੋਧਾ ਮਿਲਾਇਆ ਕਰਦੇ ਸਨ। ਭਾਲਾ ਅਤੇ ਤੇਗਾ ਜਿਸ ਦੇ ਆਪ ਹੀ ਦਰਸ਼ਨ ਕੀਤੇ ਹਨ। ਹੁਣ ਤੱਕ ਸਾਹਿਬ ਸ਼ੋਭਾ ਪਾ ਰਹੇ ਹਨ। ਸਤਿ ਸ੍ਰੀ ਅਕਾਲ। ਜੋ ਭਾਈ ਸਾਹਿਬ ਦੇ ਸੱਜੇ ਹੱਥ ਵਿੱਚ ਸ੍ਰੀ ਸਾਹਿਬ ਹੈ, ਤਿਲਕ ਜੰਜੂ ਰਾਖਾ ਪ੍ਰਭ ਤਾਕਾ, ਸੀਨੋ ਵਡੋ ਕਰੂ ਮੈਂ ਸਾਕਾ। ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੀ ਸ੍ਰੀ ਸਾਹਿਬ ਹੈ। ਇਹ ਸ੍ਰੀ ਸਾਹਿਬ ਦੇ ਨਾਲ ਸਤਿਗੁਰਾਂ ਨੇ ਕਰਤਾਰਪੁਰ ਦੀ ਜੰਗ ਵਿੱਚ ਐਸੇ ਜੋਹਰ ਦਿਖਾਏ ਸਨ ਕਿ ਪਿਤਾ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸਤਿਗੁਰਾਂ ਦਾ ਨਾਮ ਤਿਆਗ ਮਲ ਤੋਂ ਤੇਗ ਬਹਾਦਰ ਰੱਖਿਆ। ਇਸ ਦੇ ਵਜਨ ਲਿਖੇ ਹਨ। ਤੇਗ ਬਹਾਦਰ ਸੰਮਤ 1713। ਇਹ ਲੰਬਾਈ ਹੈ ਜੋ 46 ਇੰਚ ਹੈ। ਦੂਸਰਾ ਸ਼ਸਤਰ ਹੈ ਖੱਬੇ ਹੱਥ ਵਾਲੇ ਸ੍ਰੀ ਸਾਹਿਬ। ਜਦੋਂ ਦਮਦਮਾ ਸਾਹਿਬ ਵਿਖੇ ਜਿੱਥੇ ਸਤਿਗੁਰਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪੂਰਨ ਵੀਰ ਲਗਵਾਈ ਸੀ, ਭਾਈ ਮਨੀ ਸਿੰਘ ਜੀ ਭਾਈ ਦੀਪ ਸਿੰਘ ਜੀ ਨਾਲ ਲਾ ਕਰਕੇ ਉਸ ਸਥਾਨ ਤੇ 1706 ਵਿੱਚ ਸਭ ਤੋਂ ਪਹਿਲੀ ਵਾਰ ਅੰਮ੍ਰਿਤ ਸੰਚਾਰ ਹੋਇਆ। 1,20,000 ਪ੍ਰਾਣੀ ਅੰਮ੍ਰਿਤ ਛਕਿਆ।
ਤਰਲੋਕੇ ਚੌਧਰੀ ਨੇ ਵੀ ਅੰਮ੍ਰਿਤ ਛਕਿਆ, ਆਪਣਾ ਨਾਮ ਬਦਲ ਕਰਕੇ ਤਰਲੋਕ ਸਿੰਘ ਰੱਖਿਆ। ਸਤਿਗੁਰਾਂ ਨੇ ਉਹਨਾਂ ਦੀ ਸੇਵਾ ਤੋਂ ਖੁਸ਼ ਹੋ ਕਰਕੇ ਇਹ ਸ੍ਰੀ ਸਾਹਿਬ ਤਰਲੋਕੇ ਚੌਧਰੀ ਨੂੰ ਬਖਸ਼ਿਸ਼ ਕੀਤੀ ਸੀ। ਇਸ ਦੇ ਵਜਨ ਲਿਖੇ ਹਨ ਸ੍ਰੀ ਭਗਵਤੀ ਜੀ ਸਹਾਏ ਗੁਰੂ ਗੋਬਿੰਦ ਸਿੰਘ ਪਾਤਸ਼ਾਹੀ ਦਾਸ। ਦੂਸਰੇ ਪਾਸੇ ਜੀ ਪਾਤਸ਼ਾਹੀ ਦਾਸ ਲਿਖਿਆ ਹੈ, ਮੁੱਠੇ ਤੇ ਅਕਾਲ ਸਹਾਏ ਲਿਖਿਆ ਹੈ। ਦੋਨੇ ਸ੍ਰੀ ਸਾਹਿਬਾਂ ਤਖਤ ਸਾਹਿਬ ਦੀ ਸ਼ੋਭਾ ਪਾ ਰਹੀਆਂ ਹਨ, ਜਿਨ੍ਹਾਂ ਦੇ ਆਪ ਜੀ ਨੇ ਦਰਸ਼ਨ ਕੀਤੇ ਹਨ ਜੀ। ਬੋਲੇ ਸੋ ਨਿਹਾਲ। ਸਤਿ ਸ੍ਰੀ ਅਕਾਲ। ਜੋ ਭਾਈ ਸਾਹਿਬ ਦੇ ਸੱਜੇ ਹੱਥ ਵਿੱਚ ਸ੍ਰੀ ਸਾਹਿਬ ਨਗਰ ਰੁੱਖਾਂ ਸੰਗਰੂਰ ਜ਼ਿਲ੍ਹੇ ਵਿੱਚ ਹੈ, ਮਹਾਰਾਜਾ ਰਣਜੀਤ ਸਿੰਘ ਜੀ ਦੇ ਨਾਨਕ ਕਿਸਾਨਾਂ ਰਾਹੀਂ ਪ੍ਰਾਪਤ ਹੋਈ ਹੈ। ਇਸ ਦੇ ਵੀ ਸਤਿਗੁਰਾਂ ਦੇ ਬਚਨ ਲਿਖੇ ਹਨ। ਦੂਸਰੀ ਸ੍ਰੀ ਸਾਹਿਬ ਹੈ ਜੋ ਖੱਬੇ ਹੱਥ ਵਾਲੀ। ਜਦੋਂ ਸਤਿਗੁਰੂ ਜੀ ਰਾਏ ਕੋਟ ਟਾਹਲੀਗੜ੍ਹ ਸਾਹਿਬ ਪਹੁੰਚੇ ਸਨ, ਰਾਏ ਕੱਲੇ ਨੇ ਸਤਿਗੁਰਾਂ ਦੀ ਸੇਵਾ ਕੀਤੀ। ਆਪਣਾ ਨੌਕਰ ਭੇਜ ਕਰਕੇ ਨੂਰਾ ਮਾਹੀ ਛੋਟੇ ਸਾਹਿਬਜ਼ਾਦੇ ਦੀ ਖਬਰ ਸਤਿਗੁਰਾਂ ਨੂੰ ਸੁਣਾਈ। ਸਤਿਗੁਰਾਂ ਨੇ ਉਹਨਾਂ ਦੀ ਸੇਵਾ ਤੋਂ ਖੁਸ਼ ਹੋ ਕਰਕੇ ਇਹ ਸ੍ਰੀ ਸਾਹਿਬ ਰਾਏ ਕੱਲੇ ਨੂੰ ਬਖਸ਼ਿਸ਼ ਕੀਤੀ ਸੀ। ਹੁਣ ਤਖਤ ਸਾਹਿਬ ਦੀ ਸ਼ੋਭਾ ਪਾ ਰਹੀ ਹੈ। ਸੋ ਸਤਿਗੁਰਾਂ ਦੇ ਹੋਰ ਵੀ ਸ਼ਾਸਤਰ ਹਨ, ਜਦੋਂ ਪ੍ਰਕਰਮਾ ਕਰੋਗੇ ਸ਼ੀਸ਼ੇ ਰਾਮ ਦਰਸ਼ਨ ਹੋਣਗੇ। ਪੰਜ ਲੱਕੜੀ ਦੇ ਕਾਨੀ ਵਾਲੇ ਤੀਰ ਹਨ ਸਤਿਗੁਰਾਂ ਦੇ। ਸਰਬ ਤੋਂ ਦਾ ਤੀਰ ਹੈ ਚੰਨੇ ਦੀ ਸ੍ਰੀ ਸਾਹਿਬ ਹੈ, ਜੋ ਵੀਰ ਬੁੱਧੂ ਸਾਹਿਬ ਨੂੰ ਸਤਿਗੁਰਾਂ ਨੇ ਜੋੜਾ ਸਾਹਿਬ ਨੇ ਬੋਤੀ ਅਤੇ ਆਪਣੇ ਕੇਸ ਲੱਕੜ ਦਾ ਕੰਘਾ ਬਖਸ਼ਿਸ਼ ਕੀਤਾ ਸੀ। ਇਹਨਾਂ ਵਸਤੂਆਂ ਦੇ ਆਪ ਜੀ ਨੂੰ ਪ੍ਰਕਰਮਾ ਕਰੋਗੇ ਤਖਤ ਸਾਹਿਬ ਦੇ ਦਰਸ਼ਨ ਕਰ ਸਕਦੇ ਹੋ। ਸੋ ਹੁਣ ਇੱਥੇ ਹੀ ਦੀਵਾਨ ਦੀ ਸਮਾਪਤੀ ਹੈ। ਅੰਮ੍ਰਿਤ ਵੇਲੇ ਫਿਰ ਲਾਰੇ ਲੈ ਸਕਦੇ ਹੋ। ਤਖਤ ਸਾਹਿਬ ਵਿੱਚ ਹਰੇਕ ਐਤਵਾਰ ਅਤੇ ਬੁੱਧਵਾਰ ਨੂੰ ਅੰਮ੍ਰਿਤ ਸੰਚਾਰ ਹੁੰਦਾ ਹੈ 12 ਵਜੇ। ਜਿਨ੍ਹਾਂ ਪ੍ਰਾਣੀਆਂ ਅੰਮ੍ਰਿਤ ਛਕਣਾ ਹੋਵੇ 12 ਵਜੇ ਪਹੁੰਚ ਕਰਕੇ ਅੰਮ੍ਰਿਤ ਛਕ ਕਰਕੇ ਸਤਿਗੁਰਾਂ ਦੀ ਖੁਸ਼ੀ ਪ੍ਰਾਪਤ ਕਰ ਸਕਦੇ ਹਨ ਜੀ। ਸੋ ਜਿਨ੍ਹਾਂ ਸੰਗਤਾਂ ਨੇ ਹੁਣ ਤੱਕ ਕੜਾਹ ਪ੍ਰਸਾਦ ਦੇਗ ਨਹੀਂ ਪ੍ਰਾਪਤ ਕਰੀ, ਹੁਣ ਬਾਹਰ ਕੜਾਹ ਪ੍ਰਸਾਦ ਕਾਊਂਟਰ ਤੇ ਦੇਗ ਵਰਤ ਰਹੀ ਹੈ। ਦੇਗ ਲੈ ਕਰਕੇ ਸਤਿਗੁਰਾਂ ਦੀ ਖੁਸ਼ੀ ਪ੍ਰਾਪਤ ਕਰ ਸਕਦੇ ਹੋ। ਅੰਮ੍ਰਿਤ ਵੇਲੇ ਫਿਰ ਲਾਹੇ ਲੈਣੇ ਜੀ। ਬੋਲਦਿਆਂ ਕੋਲੋਂ ਹੋਈਆਂ ਭੁੱਲਾਂ ਦੀ ਖਿਮਾ ਬਖਸ਼ੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।